ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਇਤਿਹਾਸ ਤੇ ਪੰਨਿਆਂ ਵਿੱਚ ਵਿਸ਼ਵ ਭਰ ਦੀਆਂ ਸੰਗਤਾਂ ਦਾ ਸਵਾਗਤ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਹਾੜੇ ਦੀਆਂ ਸਮੂਹ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ। ਸੋ ਅੱਜ ਵਿਸ਼ਵ ਭਰ ਦੀਆਂ ਸੰਗਤਾਂ ਸ਼ਰਧਾ ਸਤਿਕਾਰ ਦੇ ਨਾਲ ਇਸ ਦਿਹਾੜੇ ਨੂੰ ਮਨਾ ਰਹੀਆਂ ਨੇ ਤੇ ਆਓ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਸੰਗਤਾਂ ਦੇ ਨਾਲ ਸਾਂਝ ਪਾਉਂਦੇ ਹਾਂ ਇਤਿਹਾਸ ਦੀ। ਤੇ ਸਾਡਾ ਸਾਥ ਜਿਹੜਾ ਆ ਉਹ ਦੇਣਗੇ ਭਾਈ ਸੁਖਜੀਤ ਸਿੰਘ ਜੀ ਘਨਈਆ ਤੇ ਉਹ ਸੰਗਤਾਂ ਦੇ ਨਾਲ ਇਤਿਹਾਸ ਦੀ ਸਾਂਝ ਪਾਉਣਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਹਾੜੇ ਦੇ ਉੱਤੇ ਗੱਲਬਾਤ ਕਰਾਂਗੇ। ਫਤਿਹ ਦੀ ਸਾਂਝ ਪਾਉਂਦੇ ਹਾਂ। ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਸਭ ਤੋਂ ਪਹਿਲਾਂ ਮੇਰਾ ਸਵਾਲ ਕਿ ਸੰਪਾਦਨਾ ਤੇ ਗੁਰਤਾ ਗੱਦੀ ਦੇ ਵਿੱਚ ਕੀ ਅੰਤਰ ਹੈ, ਕੀ ਫਰਕ ਹੈ? ਸੰਪਾਦਨਾ ਦੇ ਮਹਾਨ ਕੋਸ਼ ਵਿੱਚ ਅਰਥ ਆ ਜੀ ਤਿਆਰ ਕਰਨਾ ਜੀ, ਤੇ ਗੁਰਤਾ ਗੱਦੀ ਕਿ ਪ੍ਰਤੱਖ ਰੂਪ ਦੇ ਵਿੱਚ ਜ਼ਾਹਰ ਹੋ ਜਾਣਾ ਕਿ ਸਾਡਾ ਗੁਰੂ ਕੌਣ ਹੈ ਜੀ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਨਿਰੰਕਾਰ ਦੇ ਸਰੂਪ ਨੂੰ ਸ਼ਾਬਦਿਕ ਸਰੂਪ ਵਿੱਚ ਸੰਪਾਦਨ ਕੀਤਾ ਜੀ। ਭਾਵ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੀ। ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਜੀ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਥਾਪੇ ਗਏ। ਜੀ। ਸੋ ਉਹਦੀ ਸੰਪਾਦਨਾ ਹੋਈ ਜੀ। ਪਰ ਅਸਲ ਮਾਇਨੇ ਵਿੱਚ ਸਤਿਗੁਰੂ ਨੇ ਪ੍ਰਗਟ ਕੀਤਾ ਕਿਉਂਕਿ ਜਦੋਂ ਤੋਂ ਬ੍ਰਹਮੰਡ ਬਣਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਨਾ ਸਿੱਧਾਂ ਨੇ ਜੀ ਕਿ ਤੁਹਾਡਾ ਗੁਰੂ ਕੌਣ ਹੈ ਜੀ। ਤੇ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ ਜੀ, ਜੋ ਮੇਰਾ ਸ਼ਬਦ ਗੁਰੂ ਹੈ। ਪਰ ਉਹ ਸ਼ਬਦ ਗੁਰੂ ਕੇਵਲ ਗੁਰੂ ਨਾਨਕ ਤੋਂ ਹੋਂਦ ਵਿੱਚ ਨਹੀਂ ਆਇਆ ਜੀ। ਸਤਿਗੁਰੂ ਕਹਿੰਦੇ ਉਹ ਆਦ ਸੱਚ ਹੈ, ਉਹ ਜੁਗਾਦ ਸੱਚ ਹੈ ਜੀ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਆਦ ਕਾਲ ਤੋਂ ਮੌਜੂਦ ਹੈ। ਉਸ ਸ਼ਬਦ ਗੁਰੂ ਨੂੰ ਸ਼ਬਦ ਤੋਂ ਭਾਵ ਇੱਕ ਧੁਨੀ ਜੀ, ਇੱਕ ਸਾਊਂਡ, ਇੱਕ ਧੁਨੀ, ਇੱਕ ਅਨਹਦ ਨਾਦ ਜੀ। ਸਤਿਗੁਰਾਂ ਨੇ ਕਿਰਪਾ ਕੀਤੀ ਉਸ ਪ੍ਰਮਾਤਮਾ ਦੇ ਸ਼ਬਦ ਦੀ ਧੁਨੀ ਨੂੰ ਸ਼ਾਬਦਿਕ ਰੂਪ ਦੇ ਕਰਕੇ ਆਦਿ ਗ੍ਰੰਥ ਦੇ ਰੂਪ ਵਿੱਚ ਸੰਪਾਦਨ ਕਰ ਦਿੱਤਾ ਜੀ। ਸਤਿਗੁਰੂ ਨੇ ਧੰਨ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਕੀਤੀ ਜੀ ਤੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਲਗੀਧਰ ਜੀ ਨੇ ਪ੍ਰਤੱਖ ਕਰ ਦਿੱਤਾ ਕਿ ਸਿੱਖੋ ਅਸਲ ਦੇ ਵਿੱਚ ਤੁਹਾਡਾ ਗੁਰੂ ਸ਼ਬਦ ਗੁਰੂ ਹੈ, ਕੋਈ ਸਰੀਰ ਨਹੀਂ ਜੀ। ਕਿਉਂਕਿ ਜੇ ਅਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਇਤਿਹਾਸ ਨੂੰ ਵਾਚਦੇ ਹਾਂ ਤੇ ਵੇਖੋ ਜਿਹੜਾ ਇਨਸਾਨੀ ਪੁਤਲਾ ਹੈ ਨਾ ਉਹ ਪੰਜਾਂ ਤੱਤਾਂ ਤੋਂ ਬਣਿਆ ਜੀ। ਉਹਦੇ ਅੰਦਰ ਪੰਜ ਵਕਾਰ ਵੀ ਨੇ, ਕਾਮ ਵੀ ਹੈ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਹੈ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਨਾ ਤਾਂ ਪੰਜਾਂ ਤੱਤਾਂ ਦੇ ਮੁਹਤਾਜ ਨੇ ਜੀ, ਨਾ ਹੀ ਸਤਿਗੁਰਾਂ ਦੇ ਉੱਤੇ ਪੰਜਾਂ ਵਿਕਾਰਾਂ ਦਾ ਪ੍ਰਭਾਵ ਹੈ ਜੀ, ਬਲਕਿ ਸਤਿਗੁਰੂ ਤੇ ਦਇਆ ਦੇ ਸਾਗਰ ਨੇ ਜੀ। ਸਤਿਗੁਰੂ ਦਾ ਸਰੀਰ ਵੀ ਜੇ ਬਣਿਆ ਤੇ ਨਾਮ ਦੀ ਬਰਕਤ ਨਾਲ ਬਣਿਆ ਜੀ। ਤਾਂ ਹੀ ਕਰਕੇ ਆਪਾਂ ਕਹਿੰਨੇ ਵੀ ਪੰਜ ਪਿਆਲੇ ਪੰਜ ਪੀਰ ਜੀ, ਛਠਮ ਪੀਰ ਬੈਠਾ ਗੁਰ ਭਾਰੀ। ਭਾਵ ਕਿ ਸਾਡੇ ਸਰੀਰ ਵਿੱਚ ਪੰਜ ਤੱਤ ਵੀ ਨੇ, ਪੰਜ ਵਕਾਰ ਵੀ ਆ, ਪਰ ਸਤਿਗੁਰਾਂ ਦੀ ਦੇਹ ਵਿੱਚ ਉੱਥੇ ਪੰਜ ਪਿਆਲੇ ਨੇ, ਦਇਆ ਦਾ, ਧਰਮ ਦਾ, ਖਿਮਾ ਦਾ। ਇਹ ਪਿਆਲਿਆਂ ਦੇ ਨਾਲ ਸਤਿਗੁਰੂ ਦੀ ਹੋਂਦ ਬਣਦੀ ਆ। ਸੋ ਸਤਿਗੁਰੂ ਨੇ ਕਿਰਪਾ ਕੀਤੀ ਕਿ ਸਾਨੂੰ ਉਸ ਸ਼ਬਦ ਗੁਰੂ ਦੇ ਲੜ ਲਾਇਆ ਜੋ ਆਦਿ ਕਾਲ ਤੋਂ ਮੌਜੂਦ ਹੈ ਜੀ। ਬਿਲਕੁਲ, ਬਹੁਤ ਹੀ ਸੁੰਦਰ ਤੁਸੀਂ ਸਾਰਾ ਜਿਹੜਾ ਆ ਉਹ ਦੱਸ ਰਹੇ ਹੋ। ਮੇਰੇ ਜ਼ਿਹਨ ਦੇ ਵਿੱਚ ਇਹ ਗੱਲ ਆ ਰਹੀ ਹੈ ਤੇ ਸੰਗਤਾਂ ਵੀ ਇਹ ਜਾਣਨਾ ਚਾਹੁੰਦੀਆਂ ਨੇ ਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਪਾਦਨਾ ਕੀਤੀ ਤਾਂ ਫਿਰ ਦੁਬਾਰਾ ਕਿਉਂ ਜ਼ਰੂਰਤ ਜਿਹੜੀ ਆ ਉਹ ਪਈ ਸੰਪਾਦਨਾ ਕਰਨ ਦੀ? ਵੇਖੋ ਸੰਸਾਰ ਤੇ ਦੋ ਤਰ੍ਹਾਂ ਦੇ ਲੋਕ ਆ ਜੀ। ਇੱਕ ਤਾਂ ਉਹ ਨੇ ਜਿਹੜੇ ਸੰਸਾਰ ਤੋਂ ਪਰਾਮਚਿਤ ਹੋ ਚੁੱਕੇ ਆ ਜੀ ਤੇ ਅੰਦਰੋਂ ਸੁਰਤ ਉਡਾਰੀ ਮਾਰ ਕੇ ਜੀ ਉਸ ਨਿਰੰਕਾਰ ਦੇ ਖੁਦਾ ਦੇ ਚਰਨਾਂ ਵਿੱਚ ਬੰਨੀ ਗਈ। ਪਰ ਇੱਕ ਉਹ ਵੀ ਨੇ ਜੀ ਜਿਹੜੇ ਧਾਰਮਿਕ ਲਿਬਾਸ ਦਾ, ਧਾਰਮਿਕ ਪਹਿਰਾਵੇ ਦਾ ਆਸਰਾ ਲੈ ਕੇ ਅੰਦਰੋਂ ਕੰਮ ਚੋਰਾਂ ਵਾਲੇ ਕਰਦੇ ਜੀ ਜੀ ਜੀ। ਭਾਵ ਕਿ ਧਾਰਮਿਕ ਲਾਈਨ ਵਿੱਚ ਜੇ ਆਪਾਂ ਵੇਖੀਏ ਨਾ, ਮੈਂ ਅਕਸਰ ਗੱਲ ਕਰਦਾ ਕਿ ਇੰਨੀ ਈਰਖਾ ਆਮ ਸਮਾਜ ਵਿੱਚ ਨਹੀਂ ਨਜ਼ਰ ਆਉਂਦੀ ਜਿੰਨੀ ਧਾਰਮਿਕ ਲਾਈਨ ਵਿੱਚ ਈਰਖਾ ਜੀ ਜੀ ਜੀ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਤਾਂ ਸੰਪਾਦਨਾ ਕਰ ਦਿੱਤੀ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਖਤ ਦੇ ਦੂਸਰੇ ਮਾਲਕ ਗੁਰੂ ਅੰਗਦ ਸਾਹਿਬ ਬਣੇ।
ਫਿਰ ਧੰਨ ਗੁਰੂ ਅਮਰਦਾਸ ਜੀ ਬਣੇ। ਹਾਲਾਂਕਿ ਬਾਬੇ ਦਾਤੂ ਨੇ ਲੱਤ ਵੀ ਮਾਰੀ, ਪਰ ਸਤਿਗੁਰਾਂ ਨੇ ਉੱਥੇ ਵੀ ਰੋਸ ਨਹੀਂ ਕੀਤਾ ਜੀ। ਉਸ ਤੋਂ ਬਾਅਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਲ ਈਰਖਾ, ਧੰਨ ਗੁਰੂ ਅਰਜਨ ਦੇਵ ਜੀ ਦੇ ਨਾਲ ਈਰਖਾ ਕਮਾਈ ਗਈ ਜੀ। ਹੁਣ ਸਮਾਂ ਆਇਆ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਅੰਦਰ ਸਾਰਾ ਕੁਝ ਕੁਰਬਾਨ ਕਰਕੇ ਜੀ, ਚਾਰੇ ਲਖਤੇ ਜਿਗਰ ਕੁਰਬਾਨ ਕਰਕੇ ਜੀ, ਸੱਚੇ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ, ਖਿਦਰਾਣੇ ਦੀ ਢਾਬ ਤੋਂ ਹੁੰਦੇ ਹੋਏ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਜੀ। ਉੱਥੋਂ ਦਾ ਇਤਿਹਾਸ ਸਾਰੀ ਸੰਗਤ ਜਾਣੂ ਹੈ ਕਿ ਉਸ ਵਕਤ ਫਿਰ ਜਿਹੜਾ ਧੀਰਮਲੀਆਂ ਕੋਲ ਸਰੂਪ ਸੀ, ਸਤਿਗੁਰਾਂ ਨੇ ਉਹ ਸਰੂਪ ਲਿਆਉਣ ਵਾਸਤੇ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਜੀ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਗਏ ਤੇ ਧੀਰਮਲੀਆਂ ਨੇ ਅੱਗੋਂ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਜੀ। ਅੰਦਰ ਈਰਖਾ ਸੀ, ਕਿਉਂਕਿ ਨਾ ਜਿਹੜੇ ਬੰਦੇ ਦੇ ਅੰਦਰ ਹੰਕਾਰ ਹੁੰਦਾ ਹੈ, ਹਉਮੈ ਹੁੰਦੀ ਹੈ, ਈਰਖਾ ਹੁੰਦੀ ਹੈ, ਉਹਦੇ ਸਾਹਮਣੇ ਰੱਬ ਵੀ ਆ ਜਾਵੇ ਤੇ ਉਹ ਸੋਚਦਾ ਵੀ ਨਹੀਂ ਮੈਂ ਹੀ ਰੱਬ ਆ, ਉਹ ਰੱਬ ਅੱਗੇ ਵੀ ਨਹੀਂ ਝੁਕਦਾ। ਹੁਣ ਰੱਬ ਨੇ ਕਲਗੀਧਰ ਪਾਤਸ਼ਾਹ ਤੇ ਈਰਖਾਲੂ ਹੈ ਧੀਰਮਲੀਆ, ਪਰ ਉਹਨੇ ਸਰੂਪ ਦੇਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਜਿਸ ਨੂੰ ਤੁਸੀਂ ਸੱਚਾ ਪਾਤਸ਼ਾਹ ਕਹਿੰਦੇ ਹੋ ਉਹਨੂੰ ਕਹੋ ਆਪਣੇ ਕੰਠ ਤੋਂ ਬਾਣੀ ਉਚਾਰ ਕੇ ਵਿਖਾ ਦੇਵੇ ਜੀ। ਐਸੇ ਭੋਲੇ ਲੋਕ ਹੀ ਕਹਿ ਸਕਦੇ, ਇਹਨਾਂ ਤੇ ਤਰਸ ਹੀ ਆਉਂਦਾ ਕਿ ਜਿਹੜਾ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਰੂਪ ਵਿੱਚ ਗੂੰਗੇ ਦੇ ਸਿਰ ਤੇ ਛੜੀ ਰੱਖ ਕੇ ਉਤੋਂ ਕਥਾ ਕਰਾ ਸਕਦਾ, ਕਿ ਉਹ ਸਤਿਗੁਰੂ ਆਪਣੇ ਕੰਠ ਤੋਂ ਬਾਣੀ ਨਹੀਂ ਉਚਾਰ ਸਕਦਾ। ਹੁਣ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਜੀ। ਕਲਗੀਧਰ ਪਾਤਸ਼ਾਹ ਤਾਂ ਜਾਨੀ ਜਾਣ ਨੇ ਜੀ, ਚੋਜੀ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਫਿਰ ਦੁਬਾਰਾ ਆਪਣੇ ਕੰਠ ਤੋਂ ਬਾਣੀ ਉਚਾਰੀ। ਕਲਗੀਧਰ ਪਾਤਸ਼ਾਹ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅਤੇ ਭਗਤ ਸਾਹਿਬਾਨਾਂ ਦੀ ਬਾਣੀ, ਭੱਟ ਸਾਹਿਬਾਨਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਇਹ ਸਮੁੱਚੀ ਬਾਣੀ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਕੰਠ ਦੁਆਰਾ ਉਚਾਰਨ ਦੁਬਾਰਾ ਤੋਂ ਕੀਤੀ ਜੀ। ਤੇ ਜਦੋਂ ਦੁਬਾਰਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਪਾਦਨਾ ਜਿਹੜੀ ਆ ਉਹ ਕੀਤੀ ਦੁਬਾਰਾ ਗੁਰਬਾਣੀ, ਫਿਰ ਉਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਆਪਣੀ ਵੀ ਬਾਣੀ ਜਿਹੜੀ ਆ ਉਹ ਗੁਰੂ ਸਾਹਿਬ ਨੇ ਫਿਰ ਦਰਜ ਕੀਤੀ। ਹਾਂਜੀ, ਵੇਖੋ ਇਹ ਹੈ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾਲੋ ਜੀ। ਵੇਖੋ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਪਾਦਨਾ ਕੀਤੀ, ਪਰ ਉਹਨਾਂ ਨੇ ਉਹ ਜਗ੍ਹਾ ਰੱਖ ਦਿੱਤੀ ਸੀ ਜਿੱਥੇ ਨੌਵੇਂ ਗੁਰਦੇਵ ਦੀ ਬਾਣੀ ਸ਼ਾਮਲ ਹੋਣੀ ਹੈ ਜੀ ਜੀ। ਤੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਉਹ ਸਤਿਗੁਰਾਂ ਦੇ ਪੰਜੇ ਪਾਤਸ਼ਾਹੀਆਂ ਦੇ ਬਰਾਬਰ ਫਿਰ ਦਰਜ ਕੀਤੀ ਜੀ। ਜਿਵੇਂ ਅਸੀਂ ਜ਼ਿਕਰ ਕਰਦੇ ਹਾਂ ਕਿ ਜਿਹੜੀ ਗੁਰਬਾਣੀ ਦਰਜ ਕੀਤੀ ਗਈ ਸ਼ਲੋਕ, ਵਾਰਾਂ ਤੇ ਵਧੀਕ, ਉਹਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਲੋਕ ਵੀ ਜਿਹੜੇ ਆ ਉਹ ਸ਼ਾਮਲ ਕੀਤੇ ਗਏ ਸੰਪਰਦਾਈ ਮਤ ਅਨੁਸਾਰ ਜੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਸ਼ਲੋਕ ਮਹੱਲਾ 9ਵਾਂ ਦੇ ਅੰਦਰ ਸ਼ਲੋਕ ਆਉਂਦਾ, ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਉਚਾਰਨ ਕੀਤਾ। ਪੁਰਾਤਨ ਸਰੂਪਾਂ ਦੇ ਅੰਦਰ ਉੱਥੇ ਮਹੱਲਾ 10ਵਾਂ ਉਹਦੇ ਵੀ ਦਰਸ਼ਨ ਹੁੰਦੇ ਆ, ਜਿਹੜੇ ਪੁਰਾਤਨ ਹੱਥ ਲਿਖੇ ਸਰੂਪ ਆ ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਦੀ ਗਵਾਹੀ ਪੁਰਾਤਨ ਹੱਥ ਲਿਖੇ ਸਰੂਪ ਭਰਦੇ ਆ ਜੀ। ਤੇ ਜਦੋਂ ਇਹ ਸਾਰੀ ਸੰਪਾਦਨਾ ਜਿਹੜੀ ਆ ਉਹ ਹੋ ਗਈ ਤਾਂ ਗ੍ਰੰਥ ਸਾਹਿਬ ਨੂੰ ਗੱਦੀ ਜਿਹੜਾ ਦੇਣ ਦਾ ਕਾਰਨ ਆ ਉਹ ਕਿਵੇਂ ਬਣਿਆ? ਦੇਖੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਮਦਮਾ ਸਾਹਿਬ ਦੀ ਧਰਤੀ ਤੋਂ ਫਿਰ ਹਜੂਰ ਸਾਹਿਬ ਵੱਲ ਜਾਂਦੇ ਆ ਜੀ। ਪਰ ਨਾ ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਮੱਖਣ ਸ਼ਾਹ ਲਵਾਣਾ ਜੀ ਨੇ ਪ੍ਰਗਟ ਕੀਤਾ ਜੀ ਜੀ ਸਾਚਾ ਗੁਰ ਲਾਧੋਰੇ ਕਹਿ ਕੇ, ਉਸ ਵਕਤ 22 ਮੰਜੀਆਂ ਲੱਗੀਆਂ ਸੀ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਬਰਾਬਰ ਜੀ। ਧੰਨ ਗੁਰੂ ਤੇਗ ਬਹਾਦਰ ਜੀ ਦੇ ਬਰਾਬਰ 22 ਮੰਜੀਆਂ ਲੱਗੀਆਂ ਹੋਈਆਂ, ਇੰਨਾ ਪਖੰਡ ਸੀ, ਕਲਯੁਗ ਸੀ ਜੀ। ਬਾਬਾ ਮੱਖਣ ਸ਼ਾਹ ਲਵਾਣੇ ਨੇ ਕਿਹਾ ਕਿ ਸਤਿਗੁਰੂ ਏਡਾ ਕਲਯੁਗ, ਆਪ ਦੇ ਬਰਾਬਰ 22 ਮੰਜੀਆਂ, ਸਤਿਗੁਰੂ ਕਹਿੰਦੇ ਕਲਯੁਗ ਦੇ ਵਿੱਚ ਤਾਂ 22,000 ਲੱਗਣਗੀਆਂ। ਤੇ ਅੱਜ ਜਦੋਂ ਪਖੰਡ ਵੇਖਦੇ ਆ ਜੀ, ਅੱਜ ਜਦੋਂ ਬਾਬਿਆਂ ਦੀਆਂ ਡਾਰਾਂ ਵੇਖਦੇ ਆ ਤੇ ਇਹ ਲੱਗਦਾ ਵੀ ਸਤਿਗੁਰੂ ਨੇ ਜੋ ਬਚਨ ਕੀਤਾ ਨਾ ਵੀ ਕਲਯੁਗ ਦੇ ਵਿੱਚ ਕਈ ਪਖੰਡੀ ਆਉਣਗੇ ਜਿਹੜੇ ਕੰਧਾਂ ਭਜਾ ਵਿਖਾਉਣਗੇ, ਪਰ ਜਿਹੜਾ ਤੇ ਗੁਰੂ ਕੀ ਬਾਣੀ ਤੇ ਭਰੋਸਾ ਰੱਖਦਾ ਹੋਏਗਾ ਉਹ ਡੋਲੇਗਾ ਨਹੀਂ, ਭਟਕੇਗਾ ਨਹੀਂ ਜੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਕਿ ਅਸੀਂ ਪਖੰਡ ਤੋਂ ਦੂਰ ਹੋ ਜਾਈਏ, ਕਿਉਂਕਿ ਸਤਿਗੁਰੂ ਨੂੰ ਪਤਾ ਸੀ ਕਈ ਤਰ੍ਹਾਂ ਦੇ ਪਖੰਡੀ ਆਉਣੇ ਆ।
ਇਸ ਕਰਕੇ ਹਜੂਰ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਜੀ ਨੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਸਿਜਦਾ ਕਰ ਦਿੱਤਾ, ਮੱਥਾ ਟੇਕ ਦਿੱਤਾ। ਹਾਲਾਂਕਿ ਆਪਾਂ ਇਹ ਸ਼ਬਦ ਵਰਤਦੇ ਹਾਂ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ, ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਪੁੱਛੀਏ ਤੇ ਮਹਾਰਾਜ ਕਹਿੰਦੇ ਅਸੀਂ ਗੁਰਤਾ ਗੱਦੀ ਦੇਣ ਵਾਲੇ ਕੌਣ ਆ? ਇਹ ਸ਼ਬਦ ਇਹ ਬਾਣੀ ਤਾਂ ਆਦਿ ਕਾਲ ਤੋਂ ਗੁਰੂ ਹੈ, ਅਸੀਂ ਕੇਵਲ ਪ੍ਰਗਟ ਕਰ ਰਹੇ ਹਾਂ। ਇਹ ਬਾਣੀ ਨੂੰ ਹੀ ਗੁਰੂ ਨਾਨਕ ਨੇ ਮੰਨਿਆ, ਇਸੇ ਕਰਕੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸੇ ਬਾਣੀ ਬਾਰੇ ਸਤਿਗੁਰਾਂ ਨੇ ਬਚਨ ਕੀਤੇ, ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਬਾਣੀ ਆਦਿ ਕਾਲ ਤੋਂ ਗੁਰੂ ਹੈ, ਅਸੀਂ ਕੇਵਲ ਪ੍ਰਤੱਖ ਰੂਪ ਵਿੱਚ ਪ੍ਰਗਟ ਕਰ ਰਹੇ ਹਾਂ। ਭਾਈ ਸਿੱਖੋ, ਅੱਜ ਤੋਂ ਬਾਅਦ ਕਦੇ ਵੀ ਪਾਖੰਡ ਦੇਹਵਾਦੀ ਦੇ ਮਗਰ ਨਹੀਂ ਲੱਗਣਾ। ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ, ਅਕਾਲ ਦੇ ਪੁਜਾਰੀ ਹੋ ਕੇ ਸ਼ਬਦ ਦਾ ਪਰਚਾ ਰੱਖਣਾ, ਸ਼ਬਦ ਦੀ ਜਾਣਕਾਰੀ ਰੱਖਣਾ। ਜੀ ਬਿਲਕੁਲ। ਸੋ ਪ੍ਰੋਗਰਾਮ ਇਤਿਹਾਸ ਤੇ ਪੰਨਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਹਾੜੇ ਦੇ ਉੱਤੇ ਸਿੱਖ ਸੰਗਤਾਂ ਦੇ ਨਾਲ ਬੜੇ ਹੀ ਸੁੰਦਰ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਭਾਈ ਸੁਖਜੀਤ ਸਿੰਘ ਜੀ ਕਨਈਆ। ਸੋ ਉਹਨਾਂ ਦੇ ਨਾਲ ਜਿਹੜਾ ਆ ਉਹ ਅੱਜ ਦਾ ਪ੍ਰੋਗਰਾਮ ਸਾਡਾ ਚੱਲ ਰਿਹਾ ਆ। ਸੋ ਅੱਗੇ ਗੱਲਬਾਤ ਕਰਦੇ ਹਾਂ ਕਿ ਭਾਈ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਦੇ ਵਿੱਚ ਕਿਸੇ ਸਰੀਰ ਨੂੰ ਜਿਹੜੀ ਆ ਉਹ ਗੁਰੂ ਪਦਵੀ ਦਿੱਤੀ ਜਾ ਸਕਦੀ ਸੀ? ਵੇਖੋ, ਪਹਿਲਾਂ ਤਾਂ ਚਮਕੌਰ ਦੀ ਗੜੀ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਜਦੋਂ ਭਾਈ ਦਇਆ ਸਿੰਘ ਜੀ ਨੇ ਕਿਹਾ ਮਹਾਰਾਜ ਦੋਵੇਂ ਲਖਤੇ ਜਿਗਰ ਕੁਰਬਾਨ ਹੋ ਗਏ, ਆਪ ਜੀ ਜੰਗ ਵਿੱਚ ਮਤ ਜਾਓ, ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਸਤਿਗੁਰੂ ਨੇ ਕਿਹਾ ਨਹੀਂ ਦਇਆ ਸਿੰਘਾ, ਹੁਣ ਰਣ ਤੱਤੇ ਚੋਂ ਭੱਜਾਂਗੇ ਨਹੀਂ, ਜੂਝ ਕੇ ਸ਼ਹੀਦ ਹੋਵਾਂਗੇ। ਪਰ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਫਿਰ ਪੰਜਾਂ ਸਿੰਘਾਂ ਨੇ ਇਕੱਠੇ ਹੋ ਕਰਕੇ ਬੇਨਤੀ ਕੀਤੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਹੁਕਮ ਲਾ ਦਿੱਤਾ ਕਿ ਆਪ ਜੀ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਉਸ ਵਕਤ ਭਾਈ ਸਾਹਿਬ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, 5 ਗੁਰਸਿੱਖ ਇਕੱਠੇ ਹੋਏ, ਸਤਿਗੁਰੂ ਨੂੰ ਬੇਨਤੀ ਕੀਤੀ। ਸਤਿਗੁਰੂ ਤਾੜੀ ਲਾ ਕਰਕੇ ਚਮਕੌਰ ਦੀ ਗੜੀ ਛੱਡ ਕੇ ਗਏ। ਇੱਥੋਂ ਇਹ ਸਿੱਧ ਹੁੰਦਾ ਹੈ ਕਿ ਜੋ ਕਲਗੀਧਰ ਜੀ ਨੇ ਅਨੰਦਪੁਰ ਦੀ ਧਰਤੀ ਤੇ ਕਿਹਾ ਸੀ ਨਾ, ਖਾਲਸਾ ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਗੁਰ ਅੰਗਦ ਕੋ ਕੀਨੀਓ। ਇੱਕ ਗੁਰਤਾ ਗੱਦੀ ਸਤਿਗੁਰੂ ਨੇ ਆਪਣੇ ਖਾਲਸੇ ਨੂੰ ਵੀ ਦਿੱਤੀ ਹੈ, ਪੰਥ ਨੂੰ ਵੀ ਦਿੱਤੀ ਹੈ। ਇਹ ਦੁਨੀਆ ਵਿੱਚ ਇਤਿਹਾਸ ਵਿੱਚ ਕਿਤੇ ਨਹੀਂ ਮਿਲੇਗਾ ਕੋਈ ਮੁਰਸ਼ਦ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਮਾਣ ਬਖਸ਼ ਕੇ ਜਾਵੇ। ਕੇਵਲ ਕਲਗੀਧਰ ਪਾਤਸ਼ਾਹ ਜੀ ਨੇ ਪੰਥ ਨੂੰ ਗੁਰਿਆਈ ਦਿੱਤੀ ਤੇ ਬਚਨ ਕੀਤੇ, ਆਪਣ ਪਉ ਸ੍ਰੀ ਖਾਲਸੇ ਸੌਂਪਾ। ਕਲਗੀਧਰ ਕਹਿੰਦੇ ਮੈਂ ਆਪਣਾ ਆਪ ਖਾਲਸੇ ਨੂੰ ਸਮਰਪਿਤ ਕੀਤਾ। ਦੂਸਰਾ ਦਵੱਤੇ ਰੂਪ ਸਤਿਗੁਰੂ ਗ੍ਰੰਥਾ, ਜਿਹੜਾ ਖਾਲਸਾ ਹੈ ਉਹ ਦੇਹ ਦਾ ਗੁਰੂ ਹੈ, ਸਰੀਰ ਦਾ ਗੁਰੂ ਹੈ ਤੇ ਸ਼ਬਦ ਸਾਡੀ ਆਤਮਾ ਦਾ ਗੁਰੂ ਹੈ। ਖਾਲਸੇ ਨੂੰ ਵੀ ਗੁਰਿਆਈ ਦਿੱਤੀ ਹੈ, ਸ਼ਬਦ ਨੂੰ ਵੀ ਗੁਰਿਆਈ ਦਿੱਤੀ ਹੈ। ਖਾਲਸਾ ਹੋਵੇਗਾ ਤਾਂ ਸ਼ਬਦ ਤੱਕ ਪਹੁੰਚ ਸਕਦਾ ਹੈ, ਜੇ ਖਾਲਸਾ ਨਹੀਂ ਤੇ ਸ਼ਬਦ ਤੱਕ ਪਹੁੰਚ ਨਹੀਂ ਹੋ ਸਕਦੀ। ਸੋ ਇਹ ਸੱਚ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਤੋਂ ਬਾਅਦ ਜੇ ਗੁਰੂ ਕਹਿਣ ਦਾ ਹੱਕ ਹੈ ਤੇ ਸੰਗਤ ਵਿੱਚ ਜਦੋਂ ਪ੍ਰਚਾਰਕ ਬੋਲਦਾ ਹੈ ਤੇ ਸ਼ਬਦ ਵਰਤਦਾ ਗੁਰੂ ਸਰੂਪ, ਗੁਰੂ ਖਾਲਸਾ, ਸਾਧ ਸੰਗਤ। ਸੰਗਤ ਨੂੰ ਗੁਰੂ ਹੋਣ ਦਾ ਮਾਣ ਹੈ ਤੇ ਜਾਂ ਸ਼ਬਦ ਗੁਰੂ ਹੈ। ਹੋਰ ਕੋਈ ਵੀ ਵਿਸ਼ੇਸ਼ ਵਿਅਕਤੀ ਗੁਰੂ ਨਹੀਂ ਹੋ ਸਕਦਾ। ਵਿਸ਼ੇਸ਼ ਤੌਰ ਤੇ ਕਿਸੇ ਵੀ ਵਿਅਕਤੀ ਨੂੰ ਅਸੀਂ ਗੁਰੂ ਨਹੀਂ ਕਹਿ ਸਕਦੇ। ਜਿਹੜਾ ਵੀ ਕਹਿੰਦਾ ਮੈਂ ਇਹ ਬੇਨਤੀ ਕਰਦਾ ਵੀ ਉਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ, ਕਿਉਂਕਿ ਕਲਗੀਧਰ ਨੇ ਸਾਨੂੰ ਸ਼ਬਦ ਦਾ ਪੁਜਾਰੀ ਬਣਾਇਆ, ਅਕਾਲ ਦਾ ਪੁਜਾਰੀ ਬਣਾਇਆ, ਪਾਖੰਡ ਦਾ ਪੁਜਾਰੀ ਨਹੀਂ ਬਣਾਇਆ। ਜੀ ਬਿਲਕੁਲ। ਸੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਜਿਹੜੀ ਆ ਉਹ ਸੌਂਪੀ ਤਾਂ ਉਸ ਸਮੇਂ ਖਾਲਸੇ ਨੂੰ ਕੀ ਹੁਕਮ ਕੀਤਾ, ਕੀ ਕਿਹਾ ਗਿਆ? ਸੰਨ 1708 ਵਿੱਚ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਚੌਜੀ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਚੌਜ ਵਰਤਾਏ ਤੇ ਮਹਾਰਾਜ ਜੀ ਨੇ ਇਹ ਬਚਨ ਕਰ ਦਿੱਤਾ ਕਿ ਆਗਿਆ ਭਈ ਅਕਾਲ ਕੀ। ਜੋ ਰਹਿਤਨਾਮਿਆਂ ਦੇ ਵਿੱਚ ਬਚਨ ਆਉਂਦੇ ਨੇ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿ ਹੁਣ ਅਕਾਲ ਪੁਰਖ ਕੀ ਆਗਿਆ ਦੇ ਨਾਲ ਇਹ ਪੰਥ ਪ੍ਰਗਟ ਹੋਇਆ, ਪਰ ਹੁਣ ਸਮੁੱਚੇ ਪੰਥ ਨੂੰ ਇਹ ਸਾਡਾ ਹੁਕਮ ਹੈ, ਬੇਨਤੀ ਨਹੀਂ ਹੈ।
ਕਲਗੀਧਰ ਜੀ ਕਹਿੰਦੇ ਇਹ ਮੇਰੀ ਬੇਨਤੀ ਨਹੀਂ, ਇਹ ਮੇਰਾ ਹੁਕਮ ਹੈ ਜੀ ਕਿ ਅੱਜ ਤੋਂ ਬਾਅਦ ਤੁਸਾਂ ਦਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਕੋਈ ਵਿਸ਼ੇਸ਼ ਵਿਅਕਤੀ ਨਹੀਂ। ਜੀ ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਜੀ ਤੇ ਇਹ ਵੀ ਬਚਨ ਸਤਿਗੁਰਾਂ ਨੇ ਕੀਤੇ, ਕਹਿੰਦੇ ਗੁਰੂ ਗ੍ਰੰਥ ਹੈ ਗੁਰੂ ਰੂਪ ਸਦਾ, ਜੀ ਜਿਹ ਲਾਲ ਅਮੋਲਕ ਬੀਚ ਭਰੇ। ਜੀ ਸਤਿਗੁਰੂ ਕਹਿੰਦੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਇਹ ਗੁਰੂ ਕਾ ਰੂਪ ਨੇ। ਇਹਨਾਂ ਨੂੰ ਕੇਵਲ ਗ੍ਰੰਥ ਨਹੀਂ ਜਾਣਨਾ, ਜੀ ਇਹਨਾਂ ਨੂੰ ਕੋਈ ਧਾਰਮਿਕ ਗ੍ਰੰਥ ਨਹੀਂ ਜਾਣਨਾ, ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਰੱਬ ਜਾਣਨਾ। ਜੀ ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਦੇ ਦੀਦਾਰੇ ਕੀਤੇ, ਜੀ ਜਿਸ ਤਰ੍ਹਾਂ ਗੁਰੂ ਅਮਰਦਾਸ ਵਿੱਚੋਂ ਗੁਰੂ ਨਾਨਕ ਦੇ ਦੀਦਾਰੇ ਕੀਤੇ, ਸੰਗਤ ਜੀ ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਗੁਰੂ ਨਾਨਕ ਦੇ ਰੱਬ ਦੇ ਦੀਦਾਰੇ ਕਰਨੇ। ਗੁਰੂ ਗ੍ਰੰਥ ਹੈ ਗੁਰੂ ਰੂਪ ਸਦਾ, ਜਿਹ ਲਾਲ ਅਮੋਲਕ ਬੀਚ ਭਰੇ। ਜੀ ਕਹਿੰਦੇ ਇਹ ਬਾਣੀ ਵਿੱਚ ਸਮੁੱਚੇ ਖਜ਼ਾਨੇ ਆ। ਜਿਹੜਾ ਵੀ ਬਾਣੀ ਨੂੰ ਪੜ੍ਹੇਗਾ, ਸ਼ਬਦ ਦੇ ਲੜ ਲੱਗੇਗਾ, ਉਹਦਾ ਜੀਵਨ ਰਹਿਮਤਾਂ ਬਖਸ਼ਿਸ਼ਾਂ ਨਾਲ ਭਰ ਜਾਵੇਗਾ। ਸਤਿਗੁਰੂ ਕਹਿੰਦੇ ਮਮ ਬੰਧਨ ਹੈ ਗੁਰੂ ਗ੍ਰੰਥ ਸਦਾ, ਕਹਿੰਦੇ ਮੇਰੀ ਵੀ ਕਲਗੀਧਰ ਜੀ ਕਹਿੰਦੇ ਮੇਰੀ ਵੀ ਬੰਦਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੈ, ਜਿਹੇ ਦਰਸ ਸਭੈ ਤੇ ਪਾਪ ਟਰੇ। ਜਿਸ ਸਤਿਗੁਰੂ ਦੇ ਦਰਸ਼ਨ ਕੀਤਿਆਂ ਸਾਰੇ ਪਾਪ, ਸਾਰੇ ਦੁੱਖ, ਮਾੜੇ ਕਰਮ ਉਹ ਦੂਰ ਹੋ ਜਾਂਦੇ ਆ। ਇਹ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਸਮੁੱਚੀ ਸਿੱਖ ਸੰਗਤ ਨੂੰ। ਜੀ ਜਦੋਂ ਗੁਰੂ ਸਾਹਿਬ ਨੇ ਗੁਰਤਾ ਗੱਦੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਦਿੱਤੀ, ਤਾਂ ਉਹਨਾਂ ਨੇ ਹੁਕਮ ਵੀ ਕੁਝ ਜਿਹੜੇ ਆ ਹੋਰ 52 ਹੁਕਮ ਜਿਹੜੇ ਕੀਤੇ ਆ। ਮੋਟੇ ਤੌਰ ਦੇ ਉੱਤੇ ਜਾਣਨਾ ਚਾਹੂੰਗਾ ਕਿ ਉਹਨਾਂ ਦੇ ਵਿੱਚ ਕੀ ਦਰਸਾਉਣ ਦੀ, ਕਹਿਣ ਦੀ ਜਿਹੜੀ ਆ ਉਹ ਕੋਸ਼ਿਸ਼ ਹੋਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜਦੋਂ ਰੋਜ਼ਾਨਾ ਤੌਰ ਤੇ ਸੰਗਤ ਵਿੱਚ ਬਚਨ ਕਰਦੇ ਸੀ, ਸਤਿਗੁਰੂ ਦੇ ਹਜੂਰੀ ਲੇਖਕ, ਹਜੂਰੀ ਕਵੀ ਜੀ ਲਖਾਰੀ ਭਾਈ ਮਨੀ ਸਿੰਘ ਵਰਗੇ, ਭਾਈ ਦਇਆ ਸਿੰਘ, ਭਾਈ ਨੰਦ ਲਾਲ ਸਾਹਿਬ ਵਰਗੇ, ਉਹ ਸਤਿਗੁਰੂ ਦੇ ਬਚਨਾਂ ਨੂੰ ਕਲਮਬੰਦ ਕਰ ਲੈਂਦੇ ਸਨ। ਜੀ ਉਸ ਵਕਤ ਵੀ ਸਤਿਗੁਰੂ ਦੇ ਬਚਨਾਂ ਨੂੰ ਕਲਮਬੰਦ ਕੀਤਾ। ਰਹਿਤਨਾਮਿਆਂ, ਤਨਖਾਹਨਾਮਿਆਂ ਦੇ ਵਿੱਚੋਂ ਜੀ 52 ਬਚਨ ਜਿਹੜੇ ਕਿ ਆਮ ਸੰਗਤੀ ਭਾਸ਼ਾ ਵਿੱਚ ਲਿਖ ਕੇ ਹਜੂਰ ਸਾਹਿਬ ਲਾਏ ਗਏ ਕਿ ਆਮ ਸੰਗਤ ਜਿਹੜੀ ਰਹਿਤਨਾਮਿਆਂ ਦੀ ਭਾਸ਼ਾ ਨਹੀਂ ਸਮਝ ਸਕਦੀ, ਉਹ ਇਹਨਾਂ ਬਚਨਾਂ ਨੂੰ ਕਮਾਵੇ। ਕਿਉਂਕਿ ਉਹਨਾਂ ਬਚਨਾਂ ਦੇ ਵਿੱਚ ਵੇਖੋ ਬੰਦੀ ਛੋੜ ਦਿਵਸ ਲੰਘਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗਵਾਲੀਅਰ ਦੀ ਕੈਦ ਤੋਂ ਛਡਾਉਣ ਵਾਸਤੇ ਆਪਣੇ ਚੋਲੇ ਦੀਆਂ 52 ਕਲੀਆਂ ਦਿੱਤੀਆਂ ਸਨ ਕਿ ਉਹ 52 ਕਲੀਆਂ ਪਕੜ ਕੇ ਬਾਹਰ ਆ ਜਾਣ। ਤੇ ਉਹ ਦਾਦਾ ਨੇ ਤੇ ਉਸੇ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨੇ ਗੁਰੂ ਗੋਬਿੰਦ ਸਿੰਘ, ਦਾਦੇ ਨੇ 52 ਕਲੀਆਂ ਦਿੱਤੀਆਂ, ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 52 ਬਚਨ ਦੇ ਦਿੱਤੇ। ਸਤਿਗੁਰੂ ਕਹਿੰਦੇ ਜਿਹੜਾ 52 ਕਲੀਆਂ ਨੂੰ ਪਕੜਿਆ ਉਹ ਗਵਾਲੀਅਰ ਦੀ ਕੈਦ ਤੋਂ ਬਾਹਰ ਆ ਗਿਆ, ਜਿਹੜਾ ਇਹਨਾਂ 52 ਬਚਨਾਂ ਨੂੰ ਜੀਵਨ ਵਿੱਚ ਕਮਾਏਗਾ ਉਹ ਦੁੱਖਾਂ ਦੀ ਕੈਦ ਤੋਂ ਬਾਹਰ ਆ ਜਾਵੇਗਾ, ਉਹ ਕਲੇਸ਼ ਦੀ ਕੈਦ ਤੋਂ ਬਾਹਰ ਆ ਜਾਵੇਗਾ, ਗਰੀਬੀ ਦੀ ਕੈਦ ਤੋਂ ਬਾਹਰ ਆ ਜਾਵੇਗਾ। ਵਿਸ਼ੇਸ਼ ਕਰਕੇ ਬਚਨ ਜੋ ਰਹਿਤਨਾਮਿਆਂ ਵਿੱਚ ਆਉਂਦੇ ਆ ਕਿ ਬਾਣੀ ਪੜ੍ਹਨੀ, ਝੂਠ ਨਹੀਂ ਬੋਲਣਾ, ਸ਼ਰਾਬ ਨਹੀਂ ਦਾ ਸੇਵਨ ਨਹੀਂ ਕਰਨਾ, ਨਸ਼ਾ ਨਹੀਂ ਕਰਨਾ, ਤੰਬਾਕੂ ਦਾ ਸੇਵਨ ਨਹੀਂ ਕਰਨਾ, ਪਰਤਨਗਾਮੀ ਨਾ ਹੋਣਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੱਬ ਜਾਣਨਾ। ਕਿਉਂਕਿ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਪੁੱਛਿਆ, ਸਤਿਗੁਰੂ ਆਪ ਜੀ ਤਾਂ ਜੋਤੀ ਜੋਤ ਸਮਾ ਜਾਓਗੇ, ਤੇ ਜੇ ਸਿੱਖ ਨੇ ਆਪ ਜੀ ਨਾਲ ਬਚਨ ਕਰਨੇ ਹੋਣ, ਆਪ ਜੀ ਦੇ ਦਰਸ਼ਨ ਕਰਨੇ ਹੋਣ, ਸਿੱਖ ਕਿੱਥੇ ਜਾਵੇ? ਸਤਿਗੁਰੂ ਕਹਿੰਦੇ ਜੋ ਮੁਝ ਦਰਸ਼ ਕਰਨ ਕੀ ਚਾਹੇ, ਦਰਸ਼ ਕਰੇ ਗ੍ਰੰਥ ਜੀ ਆਹੇ, ਜੋ ਮਮ ਸਾਥ ਚਾਹੇ ਕਰ ਬਾਤ, ਪੜੇ ਸੁਣੇ ਗੁਰੂ ਗ੍ਰੰਥ ਧਿਆਨ। ਸਤਿਗੁਰੂ ਕਹਿੰਦੇ ਜਿਹੜਾ ਮੇਰੇ ਦਰਸ਼ਨ ਕਰਨਾ ਚਾਹੁੰਦਾ ਹੈ ਉਹ ਸਤਿਗੁਰੂ ਦੇ ਦਰਸ਼ਨ ਕਰੇ, ਗੁਰਬਾਣੀ ਦੇ ਦਰਸ਼ਨ ਕਰੇ, ਤੇ ਜਿਹੜਾ ਕਲਗੀਆਂ ਵਾਲੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹੈ ਉਹ ਆ ਕੇ ਗੁਰਬਾਣੀ ਦੇ ਨਾਲ ਪਾਠ ਕਰੇ, ਸਹਿਜ ਪਾਠ ਕਰੇ। ਕਹਿੰਦੇ ਜਦੋਂ ਸਹਿਜ ਪਾਠ ਕਰੇਗਾ ਤੇ ਗੁਰਬਾਣੀ ਦੇ ਸ਼ਬਦਾਂ ਵਿੱਚੋਂ ਕਲਗੀਆਂ ਵਾਲੇ ਆਪਣੇ ਸਿੱਖ ਨਾਲ ਗੱਲਾਂ ਕਰਨਗੇ। ਇਹ ਸਤਿਗੁਰੂ ਨੇ ਬਚਨ ਕੀਤੇ। ਜੀ ਬਿਲਕੁਲ। ਸੋ ਅੱਜ ਦੇ ਇਸ ਦਿਹਾੜੇ ਦੇ ਮੌਕੇ ਦੇ ਉੱਤੇ ਤੁਸੀਂ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਤੇ ਜਿਵੇਂ ਦਾ ਦੌਰ ਚੱਲ ਰਿਹਾ ਆ, ਬਹੁਤ ਜਗ੍ਹਾ ਦੇ ਉੱਤੇ ਗੁਟਕਾ ਸਾਹਿਬ ਦੀ ਬੇਅਦਬੀ ਹੋ ਰਹੀ ਆ, ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਜਿਹੜੇ ਆ ਉਹਨਾਂ ਨੂੰ ਨੁਕਸਾਨਿਆ ਜਾਂਦਾ, ਸੋ ਇਹਨਾਂ ਘਟਨਾਵਾਂ ਨੂੰ ਦੇਖਦਿਆਂ ਕੀ ਲੱਗਦਾ ਇਸ ਵੇਲੇ ਖਾਲਸਾ ਪੰਥ ਕਿੱਥੇ ਖੜਾ ਆ, ਕਿਉਂ ਨਹੀਂ ਅਸੀਂ ਰੋਕ ਪਾ ਰਹੇ? ਮੈਂ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸੰਗਤ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋਈਏ। ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਸ਼ਾਸਤਰ ਅਤੇ ਸ਼ਸਤਰ ਦਾ ਸਿਧਾਂਤ ਬਖਸ਼ਿਆ ਕਿ ਸ਼ਾਸਤਰ ਦੀ
ਹੋਂਦ ਤਾਂ ਹੀ ਬਰਕਰਾਰ ਹੈ ਜੇ ਹੱਥ ਵਿੱਚ ਸ਼ਸਤਰ ਪਕੜਿਆ। ਜੀ ਜਿਸ ਵਕਤ ਸਾਡੇ ਪੂਰਵਜਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਦਿਨ ਕੱਟੇ, ਜੀ ਸਾਡੇ ਸਿਰਾਂ ਦੇ ਮੁੱਲ ਪਾਏ, ਜੀ ਬੱਚਿਆਂ ਦੀਆਂ ਆਂਦਰਾਂ ਕੱਢ ਕੇ ਗਲਾਂ ਵਿੱਚ ਹਾਰ ਬਣਾ ਕੇ ਮਾਵਾਂ ਦੇ ਪਾ ਦਿੱਤੇ, ਜੀ ਉਸ ਵਕਤ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨਹੀਂ ਹੋਈਆਂ। ਜੇ ਅੱਜ ਬੇਅਦਬੀਆਂ ਹੋ ਰਹੀਆਂ, ਇਹ ਸਰਕਾਰਾਂ ਦੀਆਂ ਏਜੰਸੀਆਂ ਦੀਆਂ ਨੀਤੀਆਂ ਜੀ ਕਿ ਸਾਨੂੰ ਸਾਡੇ ਸਿਧਾਂਤ ਤੋਂ ਤੋੜੇ ਜਾਣ ਦੇ ਯਤਨ ਕੀਤੇ ਜਾ ਰਹੇ ਆ। ਜੀ ਪਰ ਅਸੀਂ ਵੀ ਇਹ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਅੱਜ ਮੱਸੇ ਰੰਗੜ ਦੇ ਵਾਰਸ ਤਾਂ ਬਹੁਤ ਆ, ਜੀ ਸਾਨੂੰ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜੀ ਦੇ ਵਾਰਸ ਬਣਨ ਦਾ ਬਲ ਬਖਸ਼ਿਓ। ਜੀ ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਨੋ ਮਨੋ ਸਮਰਪਿਤ ਹੋ ਕਰਕੇ ਬਾਣੀ ਦਾ ਅਭਿਆਸ ਕਰਕੇ ਬਾਣੇ ਦੇ ਧਾਰਨੀ ਹੋਈਏ ਜੀ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਨੇਹਾ ਉਹ ਘਰ ਘਰ ਪਹੁੰਚਾਈਏ। ਮੈਂ ਇੱਕ ਨਿੱਕੀ ਜਿਹੀ ਝਲਕ ਰੱਖਾਂ। ਜੀ ਦਾਸ ਜਦੋਂ ਪੰਜਾਬੀ ਯੂਨੀਵਰਸਿਟੀ ਪੜ੍ਹਦਾ ਸੀ, ਜੀ ਜਸਪਾਲ ਸਿੰਘ ਜੀ ਵਾਈਸ ਚਾਂਸਲਰ, ਉਹਨਾਂ ਨੇ ਗੱਲ ਸੁਣਾਈ। ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਗਲਿਸ਼ ਵੋਲਿਊਮ ਰਿਲੀਜ਼ ਕਰਨਾ ਸੀ ਜੀ ਡਾਕਟਰ APJ ਅਬਦੁਲ ਕਲਾਮ ਤੋਂ। ਜੀ ਕਹਿੰਦੇ ਉਹਨਾਂ ਨੂੰ ਪਹਿਲਾਂ ਵਾਚਨ ਵਾਸਤੇ ਉਹ ਵੋਲਿਊਮ ਦਿੱਤਾ। ਜੀ ਕਹਿੰਦੇ ਅਗਲੇ ਦਿਨ APJ ਅਬਦੁਲ ਕਲਾਮ ਵਾਈਸ ਚਾਂਸਲਰ ਜਸਪਾਲ ਸਿੰਘ ਜੀ ਨੂੰ ਮਿਲੇ ਜੀ ਤੇ ਕਹਿੰਦੇ APJ ਅਬਦੁਲ ਕਲਾਮ ਸਾਹਿਬ ਪੁੱਛਦੇ ਉਹਨਾਂ ਨੂੰ ਆ ਕੇ ਬੜੇ ਪ੍ਰਸੰਨ ਹੋ ਕੇ, ਕਹਿੰਦੇ इसमें तो बाबा फरीद की बाणी भी है, ਜੀ इसमें तो भगत कबीर की बाणी भी है। ਵਾਈਸ ਚਾਂਸਲਰ ਸਾਹਿਬ ਕਹਿੰਦੇ ਜੀ ਹਾਂ ਇਹਦੇ ਵਿੱਚ ਭਗਤਾਂ ਦੀ ਬਾਣੀ ਹੈ। ਜੀ ਤੇ ਉਹਨਾਂ ਨੇ ਇੱਕ ਸਵਾਲ ਕੀਤਾ, ਕਹਿੰਦੇ ਅਗਰ ਹੈ ਤਾਂ ਬਤਾਤੇ ਕਿਉਂ ਨਹੀਂ? ਵੀ ਜੇ ਭਗਤ ਫਰੀਦ ਦੀ, ਭਗਤ ਕਬੀਰ ਦੀ, ਭਗਤ ਨਾਮਦੇਵ ਦੀ, ਭਗਤ ਰਵੀਦਾਸ ਦੀ ਬਾਣੀ ਹੈ, ਜੀ ਫਿਰ ਲੋਕਾਂ ਨੂੰ ਦੱਸਦੇ ਕਿਉਂ ਨਹੀਂ? ਸੋ ਮੇਰੀ ਸਮੁੱਚੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਆਪਸੀ ਧੜੇਬਾਜ਼ੀ, ਈਰਖਾਬਾਜ਼ੀ, ਝਗੜਿਆਂ ਤੋਂ ਉਤਾਹ ਉੱਠ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਨੇਹਾ ਘਰ ਘਰ ਪਹੁੰਚਾਈਏ ਤਾਂ ਜੋ ਲੋਕ ਸਮਝ ਸਕਣ ਕਿ ਇਹ ਸਿੱਖਾਂ ਦਾ ਗੁਰੂ ਨਹੀਂ, ਇਹ ਕੁੱਲ ਕਾਇਨਾਤ ਦਾ ਸਾਂਝਾ ਗੁਰੂ ਹੈ। ਜੀ ਬਿਲਕੁਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਹਾੜੇ ਨੂੰ ਵਿਸ਼ਵ ਭਰ ਦੀਆਂ ਸੰਗਤਾਂ ਸ਼ਰਧਾ ਸਤਿਕਾਰ ਦੇ ਨਾਲ ਮਨਾ ਰਹੀਆਂ ਨੇ। ਇਸ ਦਿਹਾੜੇ ਦੇ ਮੌਕੇ ਦੇ ਉੱਤੇ ਇਤਿਹਾਸ ਦੀਆਂ ਸਾਂਝਾਂ ਤੁਹਾਡੇ ਨਾਲ ਸੰਗਤਾਂ ਦੇ ਨਾਲ ਜਿਹੜੀਆਂ ਆ ਉਹ ਪਾਈਆਂ। ਸੋ ਸਿੱਖ ਚੈਨਲ ਦੀ ਹਮੇਸ਼ਾ ਹੀ ਕੋਸ਼ਿਸ਼ ਜਿਹੜੀ ਆ ਉਹ ਹੁੰਦੀ ਆ ਕਿ ਹਮੇਸ਼ਾ ਹੀ ਖਾਸ ਦਿਹਾੜਿਆਂ ਦੇ ਉੱਤੇ ਸੰਗਤਾਂ ਨੂੰ, ਯੂਥ ਨੂੰ, ਬਾਹਰ ਦੇ ਜਿਹੜਾ ਯੂਥ ਆ ਉਹਨਾਂ ਨੂੰ ਜਿਹੜਾ ਆ ਉਹ ਗੁਰਚਰਨਾਂ ਦੇ ਨਾਲ ਜੋੜਿਆ ਜਾਵੇ, ਗੁਰ ਇਤਿਹਾਸ ਦੇ ਨਾਲ ਜੋੜਿਆ ਜਾਵੇ। ਸੋ ਅਸੀਂ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਕਨਈਆ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਕਰਨ ਵਾਸਤੇ। ਤੇ ਸਮੂਹ ਸੰਗਤਾਂ ਦਾ ਧੰਨਵਾਦ ਇਸ ਪ੍ਰੋਗਰਾਮ ਨੂੰ ਦੇਖਣ ਵਾਸਤੇ। ਆਪਣੀ ਫੀਡਬੈਕ ਵੀ ਜ਼ਰੂਰ ਜਿਹੜੀ ਆ ਉਹ ਦਿਆ ਕਰੋ। ਸੋ ਬਹੁਤ ਬਹੁਤ ਧੰਨਵਾਦ। ਇੱਥੇ ਹੀ ਬੁਲਾਉਂਦੇ ਹਾਂ ਸਾਂਝੇ ਰੂਪ ਦੇ ਵਿੱਚ ਫਤਿਹ ਤੇ ਪ੍ਰੋਗਰਾਮ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।